ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਸੁਖਜੀਤ। ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ਦਾ ਕਸ਼ਮੀਰ ਫਾਈਲਸ 11 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਤੇ ਇਸ ਫਿਲਮ ਨੂੰ ਲੈ ਕੇ ਸਾਰਿਆਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਪਹੁੰਚੇ ਹਾਂ ਮਿੱਤਲ ਮਾਲ ਦੇ ਫਨ ਸਿਨੇਮਾ ਦੇ ਵਿੱਚ, ਜਿੱਥੋਂ ਅਸੀਂ ਦਰਸ਼ਕਾਂ ਤੋਂ ਜਾਣਦੇ ਹਾਂ ਇਸ ਫਿਲਮ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ। ਹਾਂਜੀ, ਤੁਸੀਂ ਮੂਵੀ ਦੇਖ ਕੇ ਆਏ ਹੋ ਦਾ ਕਸ਼ਮੀਰ ਫਾਈਲਸ, ਤੁਹਾਨੂੰ ਕਿਵੇਂ ਲੱਗੀ ਮੂਵੀ ਇਹ? ਬਹੁਤ ਜ਼ਿਆਦਾ ਇਮੋਸ਼ਨਲ। ਕੀ ਤੁਹਾਨੂੰ ਇਸ ਮੂਵੀ ਦੇ ਵਿੱਚ ਠੀਕ ਲੱਗਿਆ ਤੇ ਕੀ ਗਲਤ ਲੱਗਿਆ? ਉਹਨਾਂ ਨੇ ਸੱਚਾਈ ਦਿਖਾਈ ਹੈ, ਇਹ ਸਹੀ ਲੱਗਿਆ। ਤੇ ਇਸ ਦੇ ਬਾਰੇ ਫਿਰ ਤੁਹਾਨੂੰ ਕੀ ਲੱਗਦਾ ਵੀ ਰਾਜਨੀਤੀ ਦੇ ਪੱਖੋਂ ਤੁਸੀਂ ਕਿਸ ਤਰ੍ਹਾਂ ਜੋੜ ਰਹੇ ਹੋ ਇਸ ਫਿਲਮ ਨੂੰ? ਉਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਬਟ ਇੱਕ ਚੀਜ਼ ਨੂੰ ਸੱਚਾਈ ਦਿਖਾਈ ਹੈ, ਮੈਂ ਉਸ ਚੀਜ਼ ਨੂੰ ਹੀ ਨੋਟ ਕਰ ਸਕਦਾ ਕਿ ਉਹਨਾਂ ਨੇ ਆਪਣੇ ਦਿਖਾਇਆ ਜੋ ਚੀਜ਼ ਦਾ ਕਸ਼ਮੀਰੀ ਪੰਡਿਤਾਂ ਬਾਰੇ ਜੋ ਸੱਚਾਈ ਦਿਖਾਈ ਹੈ, ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਉਸ ਚੀਜ਼ ਬਾਰੇ। ਤੁਸੀਂ ਮੂਵੀ ਵੇਖ ਕੇ ਬਾਹਰ ਨਿਕਲ ਰਹੇ ਹੋ ਦਾ ਕਸ਼ਮੀਰ ਫਾਈਲਸ, ਤੁਹਾਨੂੰ ਇਹ ਮੂਵੀ ਕਿਸ ਤਰ੍ਹਾਂ ਦੀ ਲੱਗੀ? ਮੂਵੀ ਬਹੁਤ ਵਧੀਆ ਜੀ। ਕੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਵੀ ਕੀ ਹੈ ਇਸ ਫਿਲਮ ਦੇ ਵਿੱਚ, ਕੀ ਤੁਹਾਨੂੰ ਚੰਗਾ ਲੱਗਿਆ ਤੇ ਕੀ ਮਾੜਾ ਲੱਗਿਆ? ਦਿਖਾਇਆ ਜੀ ਕਸ਼ਮੀਰੀ ਪੰਡਤਾਂ ਵਾਸਤੇ ਪੁਰਾਣਾ ਦਿਖਾਇਆ ਸਾਰਾ, ਠੀਕ ਹੈ ਜੀ। ਜਿਹੜੀ ਧਾਰਾ 370 ਟੁੱਟੀ ਹੈਗੀ ਹੈ ਉਹ ਮਤਲਬ ਵਧੀਆ ਟੁੱਟੀ ਹੈ, ਉਸ ਤੋਂ ਬਾਅਦ ਸਹੀ ਮਤਲਬ ਇਸ ਤਰੀਕੇ ਨਾਲ ਦੇਸ਼ ਚੱਲੇਗਾ ਆਪਣਾ, ਜੋ ਕਸ਼ਮੀਰੀ ਪੰਡਤ ਵਾਪਸ ਚਲੇ ਜਾਣਗੇ ਆਪਣੇ। ਇਹ ਵਧੀਆ ਹੈ, ਸੰਦੇਸ਼ ਹੈ ਜੀ। ਤੁਸੀਂ ਮੂਵੀ ਦੇਖ ਕੇ ਬਾਹਰ ਨਿਕਲ ਰਹੇ ਹੋ, ਤੁਹਾਨੂੰ ਮੂਵੀ ਕਿਸ ਤਰ੍ਹਾਂ ਦੀ ਲੱਗੀ? ਹਾਂ, ਅੱਛੀ ਸੀ ਮੂਵੀ, ਵਧੀਆ ਸੀ। ਥੋੜ੍ਹੇ ਡਰੋਬੈਕਸ ਵੀ ਸੀ, ਲਿਮਿਟੇਸ਼ਨਸ ਵੀ ਸੀ, ਪਰ ਵਧੀਆ ਸੀਗੇ। ਮਤਲਬ ਕਿ ਮੇਨਲੀ ਤਾਂ ਇਹ ਫੋਕਸ ਕੀਤਾ ਹੋਇਆ ਆ ਵੀ ਕਸ਼ਮੀਰ ਦੇ ਵਿੱਚ ਕਿਵੇਂ ਜਿਹੇ ਹਾਲਾਤ ਨੇ। ਜਿਵੇਂ ਕਿ ਬੇਸਿਕਲੀ ਆਪਾਂ ਦੇਖਿਆ ਜਾਵੇ ਵੀ ਉੱਥੇ ਜ਼ਿਆਦਾਤਰ ਦੱਸਿਆ ਗਿਆ ਹੈ ਵੀ ਕੀ ਪੰਡਿਤਾਂ ਦੇ ਨਾਲ ਕੀ ਹੋਇਆ। ਆਲ ਗੁੱਡ, ਮੂਵੀ ਵਧੀਆ ਸੀਗੀ, ਦੇਖਣ ਵਾਲੀ ਆ, ਪਰ थोड़े और वधिया भी हो सकती सी। ये मूवी बहुत एक्चुअल में एकदम जेन्युइन मूवी दिखाई गई है, जो होना चाहिए वही चीज़ दिखाया गया। एकदम दिल धड़क रहा है इसको देख के, सही एकदम दिखाया गया है मूवी में। बहुत अच्छी मूवी है, सब लोग आके देखें इस मूवी को। इतनी अच्छी मूवी मैंने अभी तक नहीं देखी है। सचिन, मूवी तुसी वेख के आए हो तो मूवी तो प्रभावित भी बहुत ज़्यादा हो चुके हो तुसी, तुहाडियां आइज़ तो तुहाडे लैंगुएज तो पता लग रहा, तुहाडे गल करन दे स्टाइल तो भी तुसी बहुत प्रभावित होए हो इस फिल्म नूं देख के। तो ये दसो भी सरकारां नूं की करना चाहिए इस संदर्भ दे विच? सरकार को बहुत पहले ही इस पे एक्शन लेना चाहिए था, ताकि जिसकी वजह से जो वहाँ पे विस्थापित किए गए हैं उनको रोका जा सके, जैसा अभी प्रेजेंट टाइम की सरकार कर भी रही है। धारा 370 53A 35A को हटाया है और अब वापस वहाँ पे भेज रहे हैं, पंडितों को वहाँ पे वापस भेज रहे हैं। तो सरकार अभी अच्छा कदम ले रही है इस पे। ਅਸੀਂ ਗੱਲ ਕਰ ਰਹੇ ਹਾਂ ਦਾ ਕਸ਼ਮੀਰ ਫਾਈਲਸ ਵਾਸਤੇ। ਜਿਸ ਤਰ੍ਹਾਂ ਕਿ ਉਹਦੇ ਵਾਸਤੇ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਬਿਆਨ ਨੇ, ਤੇ ਸਾਡੇ ਨਾਲ ਹਿੰਦੂ ਆਗੂ ਨੇ ਐਡਵੋਕੇਟ ਸੰਦੀਪ ਪਾਠਕ ਸਾਹਿਬ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਕਸ਼ਮੀਰ ਫਾਈਲਸ ਵਿੱਚ ਕੀ ਦਿਖਾਇਆ ਗਿਆ ਤੇ ਕੀ ਐਕਚੁਅਲ 'ਚ ਮਤਲਬ ਹੈਗਾ ਉਸ ਦਾ? ਦੇਖੋ ਜੀ, ਕਸ਼ਮੀਰ ਫਾਈਲਸ ਦੇ ਵਿੱਚ ਜਿਹੜਾ 90s ਦੇ ਵਿੱਚ ਹਿੰਦੂਆਂ ਦੇ ਨਾਲ, ਖਾਸ ਕਰ ਕਸ਼ਮੀਰੀ ਪੰਡਤਾਂ ਦੇ ਨਾਲ ਜਿਹੜਾ ਕੁਝ ਹੋਇਆ, ਜਿਹੜਾ ਉੱਥੇ ਆਤੰਕਵਾਦ ਦਾ ਨੰਗਾ ਨਾਚ ਹੋਇਆ, ਜਿਹੜਾ ਉਹ ਸਰਕਾਰਾਂ ਦੀ ਸ਼ਹਿ 'ਤੇ ਉੱਤੇ ਹੋਇਆ, ਕਿਉਂਕਿ ਜਿਹੜੀ ਆਫੀਸਰ ਲੌਬੀ ਸੀ ਉਹ ਵੀ ਮਜਬੂਰ ਸੀਗੀ, ਕਿਉਂਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਆ ਰਾਜਨੀਤੀਵਾਂ ਦਾ ਸਾਰੇ ਸਿਸਟਮ ਦੇ ਉੱਤੇ ਕੰਟਰੋਲ ਹੈ। ਤਾਂ ਉਦੋਂ ਦਿਖਾਇਆ ਗਿਆ ਕਿ ਕਿਵੇਂ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ, ਕਿਵੇਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਹਿੰਦੂਆਂ ਦਾ ਘਾਣ ਹੋਇਆ, ਉੱਥੇ ਕਸ਼ਮੀਰੀ ਬ੍ਰਾਹਮਣਾਂ ਦਾ ਘਾਣ ਹੋਇਆ। 4 ਤੋਂ 5 ਲੱਖ ਕਸ਼ਮੀਰੀ ਬ੍ਰਾਹਮਣ ਕਹਿੰਦੇ ਮਤਲਬ ਉਦੋਂ ਕਸ਼ਮੀਰ ਛੱਡ ਗਏ, ਅਤੇ ਕਿੰਨਿਆਂ ਦਾ ਕਤਲੇਆਮ ਹੋਇਆ, ਕਿੰਨੀਆਂ ਕੁੜੀਆਂ ਦਾ ਰੇਪ ਹੋਇਆ। ਤੁਸੀਂ ਦੇਖੋ ਵੀ ਫਿਲਮ ਦੇ ਵਿੱਚ ਹਜੇ ਤਾਂ ਬਹੁਤ ਕੁਝ ਘੱਟ ਦਿਖਾਇਆ ਗਿਆ, ਕਿਉਂਕਿ ਜਿਵੇਂ ਸੈਂਸਰ ਬੋਰਡ ਦੀ ਕਹਿ ਦਿਓ ਕਈ ਦਿੱਕਤਾਂ ਹੁੰਦੀਆਂ, ਪ੍ਰੋਬਲਮਸ ਹੁੰਦੀਆਂ ਨੇ, ਤਾਂ ਉਹਦੇ ਕਰਕੇ ਹਜੇ ਤਾਂ ਬਹੁਤ ਸ਼ਾਰਟ ਦੇ ਵਿੱਚ ਦਿਖਾਇਆ ਗਿਆ। ਪਰ ਜਿਹੜਾ ਵੀ ਦਿਖਾਇਆ ਗਿਆ ਬਹੁਤ ਦਿਲ ਝੰਜੋੜਨ ਵਾਲਾ ਸੀਗਾ, ਬਹੁਤ ਹੀ ਜ਼ਿਆਦਾ ਮਤਲਬ ਉਹਦੇ ਵਿੱਚ ਜਿਹੜਾ ਹਿੰਦੂਆਂ ਦੇ ਨਾਲ ਜਿਹੜਾ ਧੱਕਾ ਹੋਇਆ ਉਹਦੇ 'ਤੇ ਚਾਨਣਾ ਪਾਇਆ ਗਿਆ। ਇੱਕ ਜਗ੍ਹਾ ਮੈਨੂੰ ਜਾਣਕਾਰੀ ਆਈ ਸੀ ਕਿ ਕੁਛ ਮਤਲਬ ਜਿਹੜੇ ਸਰਕਾਰੀ ਅੰਕੜੇ ਜਾਂ ਕੁਛ ਹੋਰ ਅੰਕੜੇ ਹੈਗੇ, ਜਾਂ ਕਿਸੇ ਦੇ ਲੀਡਰ ਦਾ ਬਿਆਨ ਆਇਆ ਹੋਣਾ ਵੀ ਉਹ 79 ਗਿਣਤੀ ਸੀ ਜਿਹੜੇ ਕਿ ਮਤਲਬ ਲੋਕ ਛੱਡ ਗਏ ਸੀ ਉੱਥੋਂ। ਤੁਸੀਂ ਲੱਖਾਂ ਦੀ ਗੱਲ ਕਰ ਰਹੇ ਹੋ। ਪਤਾ ਕੀ ਹੈ ਜੀ, ਅੱਜ ਕੱਲ੍ਹ ਨਾ ਐਡੀਟਿੰਗ ਬੜੀ ਜ਼ਬਰਦਸਤ ਚੀਜ਼ ਹੈ। ਉਹ ਅਸੀਂ ਉਹਦੇ 'ਤੇ ਮੰਗ ਵੀ ਚੁੱਕੀ ਸੀ। ਅਸੀਂ ਨਾ ਹੁਣ ਮਨ ਬਣਾਇਆ ਸੀ ਦੁਬਾਰਾ RTI ਇੱਕ ਫਾਈਲ ਕਰ ਰਹੇ ਹਾਂ ਕਸ਼ਮੀਰ ਜਿਹੜਾ ਹੈਗਾ JNK ਨੂੰ। ਉਹਦੇ ਵਿੱਚ ਤੁਸੀਂ ਦੇਖੋ ਵੀ ਜਿਹੜੀ ਉਹ RTI ਦਿਖਾਈ ਗਈ ਟੋਟਲ ਉਹ ਪਤਾ ਲੱਗਦਾ ਫੇਕ ਹੈ, ਐਡਿਟ ਕੀਤੀ ਵੀ ਹੈ। ਉਹਦੇ ਵਿੱਚ ਜਦੋਂ ਤੁਸੀਂ ਦੇਖੋਗੇ 79 ਤੁਹਾਨੂੰ ਪਤਾ ਕਿੰਨੇ ਮੁੱਦੇ ਜਿਹਦੇ ਵਿੱਚ ਸਾਫ਼ ਆਉਂਦਾ ਸੀ। 120 ਬੰਦਿਆਂ ਦੇ ਭਰੀਆਂ ਹੋਈਆਂ ਬੱਸਾਂ ਜਿਹੜੀਆਂ ਉਹ ਖਾਈ ਦੇ ਵਿੱਚ ਸਿੱਟਤੀਆਂ ਸੀਗੀਆਂ ਉਹਨਾਂ ਨੇ, ਜਿਹੜੇ ਲਾਈਨਾਂ ਦੇ ਵਿੱਚ ਖੜ੍ਹਾ ਕੇ ਬੰਦੇ ਮਾਰੇ ਗਏ ਸੀਗੇ। ਮਤਲਬ ਕਈ ਸੈਂਕੜੇ ਤਾਂ ਬੰਦੇ ਹੀ ਮਾਰ ਦਿੱਤੇ ਗਏ ਸੀ, ਅਤੇ ਉਹ ਕਹਿ ਰਿਹਾ 79। ਮਤਲਬ ਇਹ ਬਿਲਕੁਲ ਫੇਕ ਹੈ, ਉਹ ਐਡਿਟ ਕੀਤੀ ਵੀ RTI ਹੈ। ਇਹਦੇ ਸੰਬੰਧ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਦੁਬਾਰਾ RTI ਵੀ ਪਾ ਰਹੇ ਹਾਂ ਵੀ ਜਿਹੜੇ ਅਸਲ ਜਿਹੜੇ ਤੱਥ ਹੈ ਅੰਕੜੇ ਹੈ ਉਹ ਸਾਹਮਣੇ ਆਉਣ। ਦੂਸਰੀ ਗੱਲ, ਸਰਕਾਰਾਂ ਜਿਹੜੀਆਂ ਕਦੇ ਵੀ ਸਹੀ ਅੰਕੜੇ ਪੇਸ਼ ਨਹੀਂ ਕਰਦੀਆਂ ਹੁੰਦੀਆਂ, ਪਰ
ਮੈਨੂੰ ਲੱਗਦਾ ਵੀ ਤੁਸੀਂ ਇਹ ਮੰਨ ਕੇ ਚਲੋ ਵੀ ਜਿਹੜਾ ਘਾਣ ਹੋਇਆ ਹੁੰਦਾ ਕਿਸੇ ਵੀ ਕਮਿਊਨਿਟੀ ਦਾ ਜਿਹੜਾ ਹੋਇਆ ਉਹਦੇ ਵਿੱਚ 10 ਤੋਂ 20% ਮਸਾ ਦੱਸਦੀਆਂ ਸਰਕਾਰਾਂ। ਜਿਵੇਂ ਹੁਣ ਪੰਜਾਬ ਦੇ ਵਿੱਚ 35,000 ਹਿੰਦੂ ਮਾਰਿਆ ਗਿਆ 78 ਤੋਂ 92 ਦੇ ਵਿੱਚ, ਔਨ ਰਿਕਾਰਡ ਤੁਹਾਨੂੰ ਕੌਣ ਦੱਸਦਾ ਜੀ 35,000 ਹਿੰਦੂ ਮਾਰਿਆ ਗਿਆ? ਤਾਂ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ, ਸਰਕਾਰਾਂ ਦੀਆਂ ਏਜੰਸੀਆਂ ਦੀਆਂ ਬੜੀਆਂ ਖੇਡਾਂ ਹੁੰਦੀਆਂ। ਪਰ ਮੈਂ ਇਸ ਚੀਜ਼ 'ਤੇ ਬੜੇ ਸ਼ਿਓਰ ਹੈ 100% ਕਿ ਉਹ ਆਰਟੀ ਜਿਹੜੀ ਐਡਿਟ ਕੀਤੀ ਗਈ ਹੈ ਉਹ ਛੇੜਛਾੜ ਹੈ, ਉਹਦੇ ਵਿੱਚ ਐਸਾ ਕੁਝ ਹੈ ਨਹੀਂਗਾ। ਉਹ ਗਲਤ ਤੱਥ ਪੇਸ਼ ਕੀਤੇ ਜਾ ਰਹੇ ਆ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ। ਇਹ ਜਿਹੜਾ ਹੁਣ ਬੀਜੇਪੀ ਕ੍ਰੈਡਿਟ ਲੈ ਰਹੀ ਸੀਗੀ ਕਿ 370 ਧਾਰਾ ਖਤਮ ਕੀਤੀ ਗਈ ਹੈ, ਉਹਦਾ ਕਿੱਥੇ ਕੀ ਫਰਕ ਪਿਆ ਹੈਗਾ? ਉੱਥੋਂ ਦੇ ਲੋਕ ਤਾਂ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪਿਆ ਇਸ ਚੀਜ਼ ਦਾ। ਭਾਈ ਸਾਹਿਬ, ਜਿਹੜੇ ਬੰਦੇ ਨੇ ਵਿਰੋਧ ਕਰਨਾ ਨਾ ਉਹਨੇ ਵਿਰੋਧ ਹੀ ਕਰਨਾ, ਉਹ ਕਿਵੇਂ ਵੀ ਕਰਨਾ ਪੈ ਜੇ, ਠੀਕ ਹੈ। ਹੁਣ ਜੇ ਬੀਜੇਪੀ ਦਾ ਦੇਖੋ, ਮੰਨ ਲਓ ਮੈਂ ਚਾਹੇ ਬੀਜੇਪੀ ਦਾ ਮੈਂਬਰ ਹੈ ਨਹੀਂਗਾ, ਪਰ ਚੰਗੇ ਕੰਮ ਨੂੰ ਤਾਂ ਚੰਗਾ ਕਹਿਣਾ ਚਾਹੀਦਾ। ਜੇ ਸਾਨੂੰ ਬੀਜੇਪੀ ਦੀ 370 ਵਾਲੀ ਜਿਹੜੀ ਅਚੀਵਮੈਂਟ ਆ ਉਹ ਨਹੀਂ ਦਿਖਦੀ ਪਈ ਵੀ ਦੇਸ਼ ਦੇ ਲਈ ਇਹ ਕੀ ਕੰਮ ਕੀਤਾ ਗਿਆ ਬੀਜੇਪੀ ਵੱਲੋਂ, ਤਾਂ ਬੜੀ ਇਹ ਮਤਲਬ ਸ਼ਰਮਨਾਕ ਹਰਕਤ ਹੈ। ਜਿਹੜੇ ਵੀ ਲੋਕ ਉੱਥੇ ਵਿਰੋਧ ਕਰ ਰਹੇ ਆ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਰਾ ਤੁਸੀਂ ਕੋਈ ਜੈਨੂਨ ਕੰਮ ਕਰਵਾ ਦਿਓ, ਮੰਨ ਲਓ ਆਮ ਆਦਮੀ ਪਾਰਟੀ ਦਾ ਕਰਵਾ ਦਿਓ, ਦੱਸੋ ਕਿੰਨੇ ਬੰਦੇ ਚਾਹੀਦੇ ਆ? 20 50 100 ਬੰਦੇ ਖੜੇ ਹੋ ਗਏ, ਅਸੀਂ ਵਿਰੋਧ ਕਰਵਾ ਦਿੰਦੇ। ਨਹੀਂ ਜੀ, ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਆ? ਤਾਂ ਸਰਕਾਰਾਂ ਜਿਹੜੇ ਚੰਗੇ ਕੰਮ ਕਰਦੀਆਂ ਨੇ ਉਹਦੇ ਵਿਰੋਧ ਕਰਨ ਲਈ ਵੀ ਬੰਦੇ ਹੁੰਦੇ ਆ, ਜਿਹੜੇ ਮਾੜੇ ਕੰਮ ਕਰਦੀਆਂ ਉਹਦੇ ਵਿਰੋਧ ਕਰਨ ਲਈ ਵੀ ਬੰਦੇ ਹੁੰਦੇ ਆ। ਇਹ ਸਿਸਟਮ ਤਾਂ ਚੱਲਦਾ ਰਹਿੰਦਾ। ਪਰ ਜਦੋਂ ਤੁਸੀਂ ਵੀ ਹੁਣ ਇੱਕ ਬੜੇ ਮਝੇਵੇ ਪੱਤਰਕਾਰ ਹੋ, ਬੜਾ ਤੁਹਾਨੂੰ ਪੱਤਰਕਾਰਤਾ ਦੇ ਵਿੱਚ ਟਾਈਮ ਹੋ ਗਿਆ, ਤੁਹਾਡੇ ਸਰੋਤਾਵਾਂ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਸੱਚੀ ਨਹੀਂ ਕਿਸੇ ਨੂੰ ਪਤਾ ਵੀ 370 ਹਿੰਦੁਸਤਾਨ ਦੀ ਕਿੱਡੀ ਵੱਡੀ ਅਚੀਵਮੈਂਟ ਹੈ? ਇਹਦੇ ਉੱਤੇ ਵੀ ਸਾਡੀ ਕਿੰਤੂ ਪਰੰਤੂ ਹੋ ਗਈ ਤਾਂ ਕਿੱਡੇ ਘਟੀਆ ਕਿਸਮ ਦੇ ਉਹ ਇਨਸਾਨ ਹੋਣਗੇ, ਕਿੱਡੀ ਗਿਰੀ ਹੋਈ ਉਹਨਾਂ ਲੋਕਾਂ ਦੀ ਮਾਨਸਿਕਤਾ ਕਿ ਇਹ ਬੀਜੇਪੀ ਨੂੰ ਕ੍ਰੈਡਿਟ ਨਾ ਮਿਲ ਜੇ, ਇਸ ਕਰਕੇ 370 ਦਾ ਹੀ ਵਿਰੋਧ ਕਰਦੀ ਅਸੀਂ। ਪਰ ਸਰ, ਜਿਸ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ, ਬਹੁਤ ਸਾਰੀਆਂ ਜਾਣਕਾਰੀਆਂ, ਮੈਂ ਕਹਿੰਦਾ ਕਿ ਮੈਨੂੰ ਵੀ ਕਈ ਚੀਜ਼ਾਂ ਦਾ ਨਹੀਂ ਪਤਾ ਸੀ ਪਹਿਲਾਂ, ਕਿ ਇੱਥੋਂ ਫਿਲਮ ਤੋਂ ਪਤਾ ਲੱਗਿਆ। ਤੇ ਮੇਰੀ ਛੱਡੋ ਕਿ ਬਹੁਤ ਸਾਰੀ ਜਨਤਾ, ਕਰੋੜਾਂ ਜਨਤਾ ਸਾਡੇ ਦੇਸ਼ ਦੀ, ਕਿ ਉਹਨਾਂ ਨੂੰ ਵੀ ਇਸ ਜੋ ਸੱਚ ਸੀਗਾ ਪਤਾ ਹੀ ਨਹੀਂ ਸੀਗਾ ਕਿ ਇਸ ਤਰ੍ਹਾਂ ਹਿੰਦੂਆਂ ਨਾਲ ਇੰਨਾ ਮਾੜਾ ਹੋਇਆ ਸੀ। ਭਾਈ ਸਾਹਿਬ, ਜਿਹੜੇ ਭੁਗਤ ਭੋਗੀ ਨੇ ਨਾ ਉਹਨਾਂ ਨੂੰ ਪੁੱਛ ਕੇ ਵੇਖੋ, ਉਹਨਾਂ ਦਾ ਤਾਂ ਇਹ ਗਿਲਾ ਹੈ ਕਿ ਇਹਦੇ 'ਚ ਤਾਂ ਹਜੇ ਦਿਖਾਇਆ ਹੀ ਕੁਛ ਨਹੀਂ ਗਿਆ। ਪਰ ਉਹ ਜਿੰਨਾ ਕੁ ਵੀ ਦਿਖਾਇਆ ਗਿਆ, ਤੁਸੀਂ ਸੱਚ ਮੰਨੋ, ਫਿਲਮ ਜਦੋਂ ਦੇਖੋਗੇ ਰੌਂਗਟੇ, ਮੈਂ ਰੱਬ ਨੂੰ ਜਾਣਦੀ ਨਹੀਂ, ਆ ਗੱਲ ਕਰਦੇ ਦੇ ਰੌਂਗਟੇ ਖੜੇ ਹੋ ਗਏ। ਤੁਸੀਂ ਅੱਜ ਵੀ ਫਿਲਮ ਦੇ ਸੀਨ ਯਾਦ ਕਰ ਲਓ, ਜਿਹੜਾ ਕੁਛ ਉਦੋਂ ਹੋਇਆ, ਜੇ ਉਹਨੂੰ ਇਮੈਜਿਨ ਕਰਦੇ ਹੋ, ਬੰਦੇ ਦੀਆਂ ਮਤਲਬ ਅੱਖਾਂ 'ਚ ਪਾਣੀ ਆ ਜਾਂਦਾ ਯਾਰ, ਮਨ ਭਰਿਆ ਆਉਂਦਾ। ਅਤੇ ਜੇ ਇਹਨਾਂ ਗੱਲਾਂ 'ਤੇ ਵੀ ਲੋਕ ਰਾਜਨੀਤੀ ਕਰ ਰਹੇ, ਦੇਖੋ ਇਦੋਂ ਵੱਧ ਮਾੜੀ ਗੱਲ ਸਾਡੇ ਸਮਾਜ ਵਾਸਤੇ ਕੁਛ ਨਹੀਂ ਹੋ ਸਕਦੀ ਕਿ ਜੇ ਇੱਕ ਕਿਸੇ ਸਮੁਦਾਇ ਨਾਲ ਕੁਛ ਗਲਤ ਹੋਇਆ, ਅਸੀਂ ਉਹਦੇ 'ਤੇ ਉਹਦੀ ਸਹਿਮਤੀ ਦੇਣ ਦੀ ਬਜਾਏ, ਜੇ ਸਹਿਮਤੀ ਨਹੀਂ ਦੇ ਸਕਦੇ, ਬਿਨਾਂ ਫਾਲਤੂ ਦਾ ਵਿਰੋਧ, ਇਹ ਗੱਲਾਂ ਦੇਖੋ ਕਿਰਦਾਰ ਗਿਰਦੇ ਜਾ ਰਹੇ ਆ। ਇਹ ਸਮਾਜ ਦਾ ਇੱਕ ਦੂਸਰੇ ਪ੍ਰਤੀ ਕਿੰਨੀ ਨਫ਼ਰਤ ਭਰੀ ਜਾ ਰਹੀ ਹੈ, ਇਹਨਾਂ ਗੱਲਾਂ ਦਾ ਉਹ ਹੈ। ਨਹੀਂ, ਜੇ ਸਮਾਜ ਇੱਕ ਦੂਜੇ ਪ੍ਰਤੀ ਜੇ ਨਫ਼ਰਤ ਭਰੀ ਜਾਂਦੀ ਪਈ ਹੈ ਤਾਂ ਇਹਦੇ ਵਾਸਤੇ ਫਿਰ ਮੇਰੇ ਖਿਆਲ ਤਾਂ ਰਾਜਨੀਤੀ ਜ਼ਿੰਮੇਵਾਰ ਨਹੀਂ ਹੈ। ਆਪਾਂ ਕਹਿ ਦਿੰਦੇ, ਦੇਖੋ ਕਿਸੇ ਵੀ ਬੰਦੇ ਵਿੱਚ ਨੁਕਸ ਕੱਢਣਾ ਬੜਾ ਸੌਖਾ ਹੈ। ਉਹ ਰਾਜਨੀਤੀ ਕਰ ਰਿਹਾ, ਉਹ ਵੀ ਬੰਦੇ ਹੀ ਹੈ, ਉਹ ਵੀ ਤੁਹਾਡੇ ਮੇਰੇ ਸਮਾਜ ਦੇ ਹਿੱਸੇ ਨੇ। ਸਮਾਜ ਨੇ ਬੜੀਆਂ ਗੱਲਾਂ ਲਈ ਸਾਨੂੰ ਮਜਬੂਰ ਕੀਤਾ। ਐਤਕੀ ਬੜੀ ਵੱਡੀ ਰੈਵੋਲੂਸ਼ਨ ਆਈ ਪੰਜਾਬ ਦੇ ਵਿੱਚ, 92 ਸੀਟਸ ਆਪ ਲੈ ਗਈ, ਠੀਕ ਹੈ। ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਵੀ ਅਸੀਂ ਆਹ ਨਹੀਂ ਕਰਦੇ, ਆਹ ਨਹੀਂ ਕਰਦੇ। ਉਹਨਾਂ ਨੂੰ ਪਤਾ ਸੀ ਵੀ ਸਾਡੇ ਕੰਨੀ ਜਿਵੇਂ ਮੰਨ ਲਓ ਵੋਟਸ ਪੈਣੀਆਂ ਹੀ ਪੈਣੀਆਂ। ਕੀ ਇਹ ਲੋਕ ਹੁਣ ਵਿਚਾਰਧਾਰਾਵਾਂ ਨੂੰ ਚੁਣਦੇ ਆ ਜੀ, ਠੀਕ ਹੈ, ਕੰਮ ਬੰਦਿਆਂ ਨਹੀਂ ਕਰਨਾ। ਲੋਕਾਂ ਨੇ ਇੱਕ ਐਡਾ ਵੱਡਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ, ਪਰ ਜਿਹੜਾ ਹੁਣ ਜੇ ਤੁਸੀਂ ਦੇਖੋਗੇ ਆਪਣਾ ਭਗਵੰਤ ਮਾਨ ਹੈ, ਚਾਹੇ ਉਹਦੀ ਟੀਮ ਹੈ, ਜੇ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਹੀ ਨਾ ਉਤਰਨਗੇ, ਠੀਕ ਹੈ, ਇਹਦੇ ਵਿੱਚ ਹੁਣ ਪਾਰਟੀ ਦਾ ਕਸੂਰ ਹੈ, ਰਾਜਨੀਤੀ ਦਾ ਕਸੂਰ ਹੈ, ਕਿ ਉਹ ਵਰਗ ਦੇ ਵਿੱਚੋਂ ਆਏ ਹੋਏ ਬੰਦਿਆਂ ਦਾ ਕਸੂਰ ਹੈ। ਜਿਵੇਂ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਬੜਾ ਉਹ ਲੱਗਦਾ ਕਿ ਯਾਰ ਇਹਨਾਂ ਨੇ ਜਿਵੇਂ ਮੁਲਤਾਨੀ ਦੇ ਘਰੇ ਜਾ ਕੇ ਪਿਛਲੀ ਵਾਰ ਠਹਿਰੇ, ਮੁਲਤਾਨੀ ਦੇ ਭਰਾ ਨੂੰ ਟਿਕਟ ਦੇਤੀ, ਇਹ ਵੋ। ਤਾਂ ਆਮ ਆਦਮੀ ਪਾਰਟੀ ਦੇ ਕੋਲੇ ਬੜਾ ਅੱਛਾ ਮੌਕਾ, ਬਹੁਤ ਸੁਨਹਿਰੀ ਮੌਕਾ, ਉਹਨਾਂ ਦੇ ਕੋਲੇ ਪੂਰਾ ਹਿੰਦੁਸਤਾਨ ਦੇ ਲਈ ਹੁਣ ਮੈਦਾਨ ਖੁੱਲ੍ਹ ਗਿਆ। ਦਿੱਲੀ ਵੇਲੇ ਤਾਂ ਬਹਾਨੇ ਸੀਗੇ, ਦਿੱਲੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਕੰਮ ਕੀਤੇ, ਦਿੱਲੀ ਵਿੱਚ ਉਹਨਾਂ ਕੋਲ ਫਿਰ ਵੀ ਬਹਾਨੇ ਸੀ ਵੀ ਜੀ ਸੈਂਟਰ ਦੇ ਅੰਡਰ ਹੈ, ਅਸੀਂ ਕੁਝ ਕਰ ਨਹੀਂ ਸਕਦੇ। ਪਰ ਪੰਜਾਬ ਤਾਂ ਹੁਣ ਖੁੱਲ੍ਹਾ ਮੈਦਾਨ ਹੈ, ਕਰੋ ਕੰਮ। ਤੁਸੀਂ ਦੇਸ਼ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਤੁਸੀਂ ਦੱਸੋ ਵੀ ਕਿਹੜੀ ਤੁਸੀਂ ਸੋਚ ਲੈ ਕੇ ਆਏ ਹੋ। ਜਿਹੜੀਆਂ ਤੁਸੀਂ ਗੱਲਾਂ ਦੱਸੀਆਂ, ਜਿਹੜੀ ਸਮਾਜ ਨੇ ਜਿਹੜਾ ਇਹ ਮੁੱਦਾ ਉਠਾਇਆ, ਜਿਹੜੇ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ, ਠੀਕ ਹੈ, ਉਹ ਜਿਹੜੀ ਸੋਚ ਦੇ ਅਧੀਨ ਦਿੱਤਾ, ਕੀ ਤੁਸੀਂ ਇੱਥੇ ਖਰੇ ਉਤਰੋਗੇ? ਆਮ ਆਦਮੀ ਪਾਰਟੀ ਕੋਲੇ ਹੁਣ ਨਾ ਤਾਂ AG ਵਾਲਾ ਬਹਾਨਾ, ਉਹ ਥੋੜਾ ਗਵਰਨਰ ਵਾਲਾ ਬਹਾਨਾ, LG ਵਾਲਾ, ਠੀਕ ਹੈ, ਨਾ ਸੈਂਟਰ ਵਾਲਾ। ਆਸ਼ੂ ਜੀ, ਮੇਰੇ ਹਿਸਾਬ ਨਾਲ ਹੁਣ ਤਾਂ ਕੋਈ ਬਹਾਨਾ ਨਹੀਂ ਰਹਿ ਗਿਆ। ਜੇ ਪੰਜਾਬ ਦੇ ਵਿੱਚ ਹੁਣ ਵੀ ਖੁੱਲ੍ਹ ਕੇ ਕੰਮ ਨਹੀਂ ਕਰ ਪਾਉਣਗੇ, ਦੇਖੋ ਇਹ ਸਿਸਟਮ ਹੁਣ ਚੇਂਜ ਹੋ ਰਿਹਾ ਜੀ। ਜੇ ਖੁੱਲ੍ਹ ਕੇ ਕੰਮ ਕਰਨਗੇ, ਇਨਸਾਨੀਅਤ ਲਈ ਕੰਮ ਕਰਨਗੇ। ਦੇਖੋ ਜੀ, ਮੇਨ 3 ਇਸ਼ੂ ਹੁੰਦੇ ਆ ਕਿਸੇ ਵੀ ਸਰਕਾਰ ਦੇ ਲਈ: ਹੈਲਥ, ਐਜੂਕੇਸ਼ਨ, ਲਾਅ ਐਂਡ ਆਰਡਰ।
ਜੇ ਤਿੰਨਾਂ ਚੀਜ਼ਾਂ ਦਾ ਬੜੇ ਵਧੀਆ ਰੂਪ ਦੇ ਵਿੱਚ ਪੰਜਾਬ 'ਚ ਪੇਸ਼ ਕਰਦੇ ਆ, ਇਹਨਾਂ ਲਈ ਗਾਂਹ ਵੀ ਰਾਹ ਖੁੱਲ੍ਹੇ ਨੇ। ਤੇ ਨਹੀਂ, ਪੰਜਾਬ ਵਾਲੇ ਤਾਂ ਤੁਹਾਨੂੰ ਪਤਾ ਆਪਣੇ ਬਖਸ਼ਦੇ ਹੀ ਕਿਸੇ ਨੂੰ ਨਹੀਂ ਜੀ। ਜੇ ਇਹਨਾਂ ਨੇ ਅਕਾਲੀ ਦਲ ਕਾਂਗਰਸ ਰੋਲਤੀ, ਠੀਕ ਹੈ, ਬੀਜੇਪੀ ਸਾਡੀ ਜਿੱਥੇ 45% ਹਿੰਦੂ ਦੀ ਵੋਟ ਹੈ, 6% ਸ਼ੇਅਰ ਰਹਿ ਗਿਆ ਸਾਡਾ, ਠੀਕ ਹੈ, ਤੇ ਫੁੱਲ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਪਾਉਂਦੇ ਜੇ ਇਹਨਾਂ ਨੇ ਕੰਮ ਨਾ ਕੀਤੇ। ਲੋਕਾਂ ਨੇ ਇੱਕ ਵਿਚਾਰਧਾਰਾ ਨੂੰ, ਜਿਹੜੇ ਸਬਜ਼ ਬਾਗ ਦਿਖਾਏ ਗਏ ਜਾਂ ਜਿਹੜੀਆਂ ਗੱਲਾਂ ਸੀ, ਉਸ ਨੂੰ ਵੋਟਿੰਗ ਕੀਤੀ ਹੈਗੀ। ਜੇ ਇਹਨਾਂ ਨੇ ਕੰਮ ਨਾ ਕੀਤੇ, ਰਿਜ਼ਲਟ ਤੁਹਾਨੂੰ 2024 'ਚ ਹੀ ਦਿਖ ਜਾਣਗੇ। ਮੇਰੀ ਅੱਜ ਗੱਲ ਲਿਖ ਕੇ ਰੱਖ ਲਓ, ਆਉਣ ਦਾ ਰਿਕਾਰਡ ਕਹਿ ਰਿਹਾ ਤੁਹਾਨੂੰ ਮੈਂ। ਠੀਕ ਹੈ, ਆਸ਼ੂਤੋਸ਼ ਤਿਵਾੜੀ ਜੀ ਮੇਰੇ ਨਾਲ ਨੇ। ਤਿਵਾੜੀ ਜੀ, ਤੁਹਾਡਾ ਕੀ ਖਿਆਲ ਹੈ ਕਸ਼ਮੀਰ ਫਾਈਲਸ ਦੇ ਵਿੱਚ ਜਿਹੜਾ ਦਿਖਾਇਆ ਗਿਆ, ਕੀ ਇਹਨਾਂ ਜਿਹੜੇ ਪੀੜਤ ਲੋਕ ਸੀ ਉਹਨਾਂ ਨੂੰ ਇਨਸਾਫ ਮਿਲ ਸਕਿਆ ਜਾਂ ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ? ਇਨਸਾਫ ਦੀ ਗੱਲ ਤਾਂ ਇਹ ਹੈ ਕਿ ਆਰਟੀਕਲ 370 ਤੋੜਨਾ ਅਤੇ 35A ਤੋੜਨਾ, ਕਿਤੇ ਨਾ ਕਿਤੇ ਉਹ ਇਨਸਾਫ ਦੇ ਹੀ ਇੱਕ ਸਟੈਪ ਸੀਗਾ ਜਿਹੜਾ ਮੋਦੀ ਸਰਕਾਰ ਨੇ ਲਿੱਤਾ। ਆਪਾਂ ਦੇਖੀਏ ਕਿ ਜਿਹੜਾ ਫਿਲਮ ਦਾ ਮੇਨ ਕਰੈਕਟਰ ਦਿਖਾਇਆ ਗਿਆ ਪੰਡਿਤ ਸ਼ੰਭੂਨਾਥ ਜੀ, ਉਹ ਇੱਕ ਪ੍ਰੋਫੈਸਰ ਸੀਗੇ ਜਿਹੜੇ ਸ਼੍ਰੀਨਗਰ ਦੇ ਅੰਦਰ ਰਹਿੰਦੇ ਸੀ। ਉਹਨਾਂ ਦੇ ਪਰਿਵਾਰ ਨੂੰ ਕਿਸ ਤਰੀਕੇ ਨਾਲ ਜਲੀਲ ਕਰਕੇ ਉਹਨਾਂ ਨੂੰ ਮਾਰਿਆ ਗਿਆ। ਇਕੱਲਾ ਇਸ ਦੇ ਸ਼ੰਭੂਨਾਥ ਜੀ ਦੀ ਪਰਿਵਾਰ ਨਹੀਂ, ਪਤਾ ਨਹੀਂ ਕਿੰਨੇ ਸੈਂਕੜੇ ਤੇ ਲੱਖਾਂ ਹਿੰਦੂ ਸੀਗੇ ਜਿਹੜੇ ਉਹ 90 ਦੇ ਦਸ਼ਕ ਦੇ ਵਿੱਚ 19 ਤੇ 20 ਤਰੀਕ ਨੂੰ ਜੋ ਉੱਥੋਂ ਰਾਤੋਂ ਰਾਤ ਨਿਕਲੇ। ਉਹਨਾਂ ਦੀਆਂ, ਤੁਹਾਡੀਆਂ ਭੈਣਾਂ ਦਾ, ਸਾਡੀਆਂ ਮਾਤਾਵਾਂ ਦਾ ਜੋ ਉਹਨਾਂ ਨੇ ਉੱਥੇ ਬੁਰਾ ਹਾਲ ਕੀਤਾ, ਸਾਡੇ ਇੱਥੇ ਹਿੰਦੂ ਪੰਡਤਾਂ ਦਾ ਜੋ ਉੱਥੋਂ ਨਰਸੰਹਾਰ ਹੋਇਆ, ਉਸ ਦਾ ਜਵਾਬਦੇਹ ਕੌਣ ਆ? ਜਿਸ ਸੋ ਕੋਲਡ ਯਾਸੂ ਮਲਿਕ ਨੂੰ ਮਨਮੋਹਨ ਸਿੰਘ, ਜੋ ਆਪਦੇ ਆਪ ਨੂੰ ਅਰਥ ਸ਼ਾਸਤਰੀ ਕਹਿੰਦਾ ਸੀਗਾ, ਦੇਸ਼ ਦੇ 10 ਸਾਲ ਪ੍ਰਧਾਨ ਮੰਤਰੀ ਰਹੇ, ਉਹ ਪ੍ਰਧਾਨ ਮੰਤਰੀ ਆਵਾਸ ਦੇ ਵਿੱਚ ਉਹਨਾਂ ਨੂੰ ਡਿਨਰ ਹੋਸਟ ਕਰਦੇ ਪਏ ਹੈ। ਉਹੀ ਯਾਸੂ ਮਲਿਕ ਜਿਸ ਨੂੰ ਇਹ ਯੂਥ ਆਈਕਨ ਦੱਸਦੇ ਪਏ ਹੈ, ਉਹ 90 ਦੇ ਦਸ਼ਕ ਦੇ ਅੰਦਰ ਮੇਰ ਨਰਸੰਹਾਰ ਦੇ ਵਿੱਚ ਮੇਨ ਰੋਲ ਉਸ ਬੰਦੇ ਦਾ ਸੀ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਇਹਦੇ ਵਾਸਤੇ ਜੋ ਵੀ ਉੱਥੇ ਨਰਸੰਹਾਰ ਹੋਇਆ ਜਾਂ ਜਿੰਨੇ ਵੀ ਮਤਲਬ ਉੱਥੋਂ ਦੇ ਪੰਡਤ ਫੈਮਿਲੀ ਸੀ ਉਹਨਾਂ ਨੂੰ, ਲੱਖਾਂ ਲੋਕਾਂ ਨੂੰ ਉੱਜੜਨਾ ਪਿਆ, ਉਹਦੇ ਵਾਸਤੇ ਸਿਰਫ ਤੇ ਸਿਰਫ ਕਾਂਗਰਸ ਜ਼ਿੰਮੇਵਾਰ ਹੈ? ਮੈਂ ਇਕੱਲਾ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ ਜੀ। ਉਸ ਦੇ ਨਾਲ ਕਾਂਗਰਸ ਨਾਲ ਉੱਥੋਂ ਦੀ ਫਾਰੂਕ ਅਬਦੁੱਲਾ, ਉੱਥੋਂ ਜੋ ਸਾਬਕਾ ਮੁੱਖ ਮੰਤਰੀ ਦੇ ਮੁਫਤੀ ਮੁਹੰਮਦ ਜਿਹੜਾ ਰਹੇ ਮੁਫਤੀ ਜੀ, ਉਹਨਾਂ ਦਾ ਵੀ ਰੋਲ। ਇਹਦੇ ਵਿੱਚ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਇਹ ਬਾਰ-ਬਾਰ ਜਿਹੜੇ ਸੋ ਕੋਲਡ ਕਾਮਰੇਡ ਤੇ ਸੋ ਕੋਲਡ ਕਾਂਗਰਸੀ ਕਹਿੰਦੇ ਪਏ ਆ ਕਿ ਇਹ ਉੱਥੇ ਜੋ ਵਿਸਥਾਪਿਤ ਕੁਝ ਕੁ ਹਿੰਦੂ ਪਰਿਵਾਰ ਹੋਏ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਚਾਹੇ ਇੱਕ ਹਿੰਦੂ ਪਰਿਵਾਰ ਵੀ ਹੋਇਆ ਉੱਥੋਂ ਵਿਸਥਾਪਿਤ, ਮੈਨੂੰ ਇੱਕ ਗੱਲ ਦਾ ਜਵਾਬ ਇਹ ਲੋਕ ਦੇ ਦੇਣ। ਕਸ਼ਮੀਰ ਘਾਟੀ ਦੇ ਅੰਦਰ, ਜਿਹੜੀ ਕਸ਼ਮੀਰ ਘਾਟੀ ਸਾਡੇ ਸ਼ੰਕਰਾਚਾਰਿਆ ਜੀ ਦੀ ਘਾਟੀ ਸੀ, ਤਪੋ ਭੂਮੀ ਸੀ ਉਹਨਾਂ ਦੀ, ਮਾਂ ਸਰਸਵਤੀ ਦੀ ਜੋ ਮਾਂ ਸ਼ਾਰਦਾ ਦੀ ਭੂਮੀ ਸੀ, ਉਹ ਕਸ਼ਮੀਰੀ ਪੰਡਤਾਂ ਦੀ ਹੀ ਭੂਮੀ ਸੀ। ਉਹਦੇ ਵਿੱਚੋਂ ਕੋਈ ਇੱਕ ਮੁਸਲਮਾਨ ਪਰਿਵਾਰ ਵਿਸਥਾਪਿਤ ਹੋਇਆ 1990 ਤੋਂ ਲੈ ਕੇ ਅੱਜ ਤੱਕ? ਤੇ ਜੇ ਨਹੀਂ ਹੋਇਆ ਤਾਂ ਉਹਦਾ ਕਾਰਨ ਕੀ ਸੀ? ਕਿਉਂਕਿ ਸਿਰਫ ਟਾਰਗੇਟ ਦੇ ਵਿੱਚ ਹਿੰਦੂ ਸੀ, ਟਾਰਗੇਟ ਦੇ ਵਿੱਚ ਕਸ਼ਮੀਰੀ ਪੰਡਤ ਸੀ। ਇਸ ਕਰਕੇ, ਕਿਉਂਕਿ ਜੇ ਕਸ਼ਮੀਰੀ ਪੰਡਿਤ ਰਹਿੰਦਾ ਉੱਥੇ, ਤੇ ਉਹਨਾਂ ਨੇ ਜੋ ਸਾਡੇ ਸ਼੍ਰੀਨਗਰ ਦੀ ਸੰਸਕ੍ਰਿਤੀ ਸੀ, ਜੋ ਘਾਟੀ ਦੀ ਸੰਸਕ੍ਰਿਤੀ ਸੀ, ਜੋ ਵੇਦਾਂ ਦੀ ਸੰਸਕ੍ਰਿਤੀ ਸੀ, ਉਸ ਨੂੰ ਬਚਾ ਕੇ ਰੱਖਣਾ ਸੀਗਾ। ਉਸ ਨੂੰ ਤਹਿਸ ਨਹਿਸ ਕਰਨ ਵਾਸਤੇ ਇਹਨਾਂ ਨੇ ਇਹ ਸਾਰਾ ਛੜਯੰਤਰ ਰਚਿਆ। ਨਹੀਂ, ਇਹਦੇ 'ਚ ਕੀ ਅਸੀਂ ਮੰਨ ਸਕਦੇ ਹਾਂ ਕਿ ਜੇ ਹਿੰਦੂ ਨੂੰ ਟਾਰਗੇਟ ਕੀਤਾ ਗਿਆ ਜਾਂ ਪੰਡਤਾਂ ਨੂੰ ਟਾਰਗੇਟ ਕੀਤਾ ਗਿਆ, ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਦਾ ਰੋਲ ਵੀ ਸੀਗਾ ਕਿਤੇ? ਸਰ ਇੱਦਾਂ ਪਾਕਿਸਤਾਨ ਦਾ ਦੇਖੋ, ਪਾਕਿਸਤਾਨ ਸਪੋਰਟਡ ਮਿਲੀਟੈਂਟਸ ਤਾਂ ਸੀਗੇ ਹੀ ਨਾ, ਪਰ ਇਸ ਦੇ ਨਾਲ ਸਾਡੇ ਜਿਹੜੇ ਉਸ ਟਾਈਮ ਦੇ ਸਮੇਂ ਦੀਆਂ ਸਰਕਾਰਾਂ ਸੀਗੀਆਂ, ਜਿਹੜੇ ਹੱਥਾਂ 'ਤੇ ਹੱਥ ਰੱਖ ਕੇ, ਮੈਂ ਬੜੇ ਸ਼ਰਮ ਨਾਲ ਮੈਨੂੰ ਇੱਕ ਗੱਲ ਕਹਿਣੀ ਪੈ ਰਹੀ ਹੈ ਕਿ 90 ਤੋਂ ਲੈ ਕੇ 2015 ਤੱਕ 14 ਤੱਕ ਕਸ਼ਮੀਰੀ ਪੰਡਤਾਂ ਦੀ ਸਾਰ ਕਿਸੇ ਨੇ ਨਹੀਂ ਲਿੱਤੀ। ਉਹ ਦਿੱਲੀ ਤੁਸੀਂ ਜਾ ਕੇ ਦੇਖੋ, ਜਿਸ ਤਰੀਕੇ ਦੇ ਨਾਲ ਆਪਦੇ ਦੇਸ਼ ਦੇ ਵਿੱਚ ਹੀ ਰਿਫਿਊਜੀ ਕੈਂਪਾਂ ਦੇ ਵਿੱਚ ਰਹਿਣ ਦੇ ਲਈ ਉਹ ਮਜਬੂਰ ਹੋਣਾ ਪਿਆ ਉਹਨਾਂ ਨੂੰ। ਉਹਨਾਂ ਦੇ ਬੱਚੇ ਕਿਸ ਤਰੀਕੇ ਨਾਲ ਉਹਨਾਂ ਨੇ ਤਾਲੀਮ ਹਾਸਿਲ ਕੀਤੀ, ਪੜ੍ਹਾਈ ਹਾਸਿਲ ਕੀਤੀ, ਉਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਸਾਡੇ ਪਰਿਵਾਰ, ਸਾਡਾ ਹਿੰਦੂ ਜਿਹੜਾ ਇੱਕ ਸક્ષਮ ਹਿੰਦੂ ਸੀਗਾ, ਜਿਹੜਾ ਉੱਥੇ ਕੇਸਰ ਦੀ ਖੇਤੀ ਕਰਦਾ ਸੀ, ਉੱਥੇ ਉਹ ਅਖਰੋਟਾਂ ਦੀ ਖੇਤੀ ਕਰਦਾ ਸੀ, ਉੱਥੇ ਉਹਨਾਂ ਦੇ ਸੇਬ ਦੇ ਬਾਗ ਸੀਗੇ। ਉਹ ਰਾਤੋਂ ਰਾਤ ਤੁਸੀਂ ਇੱਕ ਸਾਧਨ ਸੰਪੰਨ ਪਰਿਵਾਰਾਂ ਨੂੰ ਉਜਾੜ ਕੇ ਇੱਕ ਕੈਂਪਾਂ ਦੇ ਵਿੱਚ, ਇੱਕ ਟੈਂਟਾਂ ਦੇ ਵਿੱਚ ਲਿਆ ਕੇ ਬਿਠਾਤਾ। ਉਸ ਦਾ ਜ਼ਿੰਮੇਵਾਰ ਕੌਣ ਹੈ? ਉਹਦਾ ਜਵਾਬ ਮੰਗਦਾ ਕਸ਼ਮੀਰੀ ਪੰਡਤ ਹੀ ਨਹੀਂ, ਪੂਰਾ ਦੇਸ਼ ਦਾ ਹਿੰਦੂ। ਇਹ ਭਾਜੀ ਜਿਸ ਤਰ੍ਹਾਂ ਹੈਗਾ ਕਿ ਹੁਣ ਮਤਲਬ ਬੀਜੇਪੀ ਸਰਕਾਰ ਲੰਮੇ ਟਾਈਮ ਤੋਂ ਰਾਜ ਕਰ ਰਹੀ ਹੈ, ਕੀ ਹੁਣ ਸਾਰੇ ਪੀੜਤ ਲੋਕਾਂ ਨੂੰ ਜਾਂ ਪੀੜਤ ਹਿੰਦੂਆਂ ਨੂੰ ਇਨਸਾਫ ਮਿਲ ਚੁੱਕਿਆ? ਇਨਸਾਫ ਸਟੈਪ ਬਾਈ ਸਟੈਪ ਹੈ ਨਾ ਜੀ। ਸਭ ਤੋਂ ਵੱਡੀ ਗੱਲ ਤਾਂ ਕਿ ਜਿਹੜਾ ਧਾਰਾ 370 ਤੇ ਆਰਟੀਕਲ 35A ਤੋੜਨਾ, ਇਹ ਇੱਕ ਬਹੁਤ ਵੱਡਾ ਸਟੈਪ ਸੀਗਾ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਐਪਰੀਸ਼ੀਏਟ ਕਰਦਾ ਮੋਦੀ ਸਾਹਿਬ ਨੂੰ ਤੇ ਕੇਂਦਰ ਦੀ ਸਰਕਾਰ ਨੂੰ, ਜਿਨ੍ਹਾਂ ਨੇ ਇਹ ਡੇਅਰਿੰਗ ਸਟੈਪ ਲਿੱਤਾ। ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਕਿਤੇ ਨਾ ਕਿਤੇ ਵਿਸਾਖੀ 'ਤੇ ਸੀ, ਵੋਟ ਬੈਂਕ ਦੀ ਰਾਜਨੀਤੀ ਦੇ ਅੰਦਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹਿੰਦੂਆਂ ਦੇ ਨਾਲ, ਠੀਕ ਹੈ, JNK ਦੇ ਵਿੱਚ ਜੋ ਉਹਨਾਂ ਨੇ ਇਨਸਾਫ ਮਾਰਿਆ, ਇਕੱਲਾ ਹਿੰਦੂਆਂ ਦੇ ਨਾਲ ਨਹੀਂ। ਮੈਂ ਇੱਥੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਡਾ ਇੱਕ ਜੋ ਮਹੱਤਵਪੂਰਨ ਅੰਗ ਹੈ ਇਸ ਦੇਸ਼ ਦਾ, ਉਹ ਹੈ ਸਾਡਾ ਪਿਛੜਾ ਭਾਈਚਾਰਾ ਵੀ। ਉਸ ਨੂੰ ਵੀ ਉਹਦੇ ਨੌਕਰੀ ਕਰਨ ਦਾ ਵੀ ਹੱਕ ਉੱਥੇ ਨਹੀਂ ਦਿੱਤਾ ਗਿਆ ਕਦੇ। 75 ਸਾਲ ਉੱਥੇ ਉਹ ਇੱਕ ਵਿਸਥਾਪਿਤ ਦੇ ਤਰੀਕੇ ਦੇ ਨਾਲ ਰਹੇ।
ਕਿਉਂ? ਉਹਦੇ ਵਿੱਚ ਪੰਡਿਤ ਨਹਿਰੂ ਤੇ ਕਾਂਗਰਸ ਪਰਿਵਾਰ ਦਾ ਜੋ ਰੋਲ ਸੀਗਾ ਆਰਟੀਕਲ 370 ਨੂੰ ਲਾਗੂ ਕਰਨ ਵਾਸਤੇ, ਤੇ ਉਸ ਤੋਂ ਬਾਅਦ ਉਹਨੂੰ ਤੋੜਨ ਵਾਸਤੇ ਵੀ ਉਹਨਾਂ ਨੇ ਕਦੇ ਐਫਰਟ ਨਹੀਂ ਚੱਕੇ। ਤੇ ਠੀਕ ਹੈ ਕਿ ਥੋੜੀ ਗੱਲ ਕਿ ਇੱਕ ਸਟੈਪ ਬਾਈ ਸਟੈਪ ਹੁੰਦਾ, ਇੱਕ ਸਟੈਪ ਸੀਗਾ 370 ਤੋੜਨਾ, ਆਰਟੀਕਲ 35A ਤੋੜਨਾ। ਉਸ ਤੋਂ ਬਾਅਦ ਕਸ਼ਮੀਰੀ ਪੰਡਿਤ ਤੇ ਕਸ਼ਮੀਰੀ ਹਿੰਦੂ ਜੋ ਵਾਪਸ ਆਪਦੇ ਘਰਾਂ ਨੂੰ ਜਾਣੇ ਸ਼ੁਰੂ ਹੋਏ ਆ, ਕਿਤੇ ਨਾ ਕਿਤੇ ਮੈਂ ਉਹਦੀ ਸ਼ਲਾਘਾ ਕਰਦਾ। ਪਾਠਕ ਸਾਹਿਬ, ਪੰਜਾਬ ਜਾਂ ਦੇਸ਼ ਦੇ ਹੋਰ ਹਿੱਸਿਆਂ 'ਚ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ, ਜਦ ਕਿ ਨਾਇਨਸਾਫੀ ਹੋਈ ਹੈ ਬਹੁਤ ਸਾਰੇ ਹਿੰਦੂਆਂ ਨਾਲ। ਜੋ ਇਹ ਵਿਰੋਧ ਕਿਉਂ ਹੋ ਰਿਹਾ ਤੇ ਕੀ ਵਜ੍ਹਾ ਉਸ ਦੀ? ਦੇਖੋ ਜੀ, ਬੜੀ ਦੁਰਭਾਗਯਪੂਰਨ ਇਹ ਗੱਲ ਹੈ। ਬਠਿੰਡਾ ਦੇ ਵਿੱਚ ਹੀ ਤੁਸੀਂ ਦੇਖਿਆ ਹੋਣਾ ਕਿ ਮਿੱਤਲ ਮਾਲ ਦੇ ਬਾਹਰ ਇੱਕ ਉਹ ਰੱਖਿਆ ਗਿਆ ਤੇ ਉਹਦੇ ਵਿੱਚ ਸਾਫ਼ ਇਹ ਸੀਗਾ ਕਿ ਅਸੀਂ ਬੈਨ ਕਸ਼ਮੀਰ ਫਾਈਲਸ। ਇੰਨਾ ਉਸ ਚੀਜ਼ ਨੂੰ ਦੇਖ ਕੇ ਮਨ ਦੁਖੀ ਹੋਇਆ ਵੀ ਇਹ ਸਾਡੇ ਸਿੱਖ ਵੀਰ ਕਰ ਰਹੇ ਆ ਯਾਰ। ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਜਿਹੜੇ ਹਿੰਦੂ ਲੀਡਰ ਨੇ, ਚਾਹੇ ਸਾਡੇ ਸਿੱਖ ਲੀਡਰ ਨੇ, ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਚਾਹੇ ਉਹ ਸਾਡੇ ਹਿੰਦੂ ਸਮਾਜ ਵਿੱਚ ਕੁਝ ਖਰਾਬ ਕਰਨ ਵਾਲੇ ਬੰਦੇ ਹੈ, ਚਾਹੇ ਸਿੱਖ ਸਮਾਜ ਵਿੱਚ ਖਰਾਬ ਕਰਨ ਵਾਲੇ ਬੰਦੇ ਹੈ, ਆਪਾਂ ਇਹਨਾਂ ਬੰਦਿਆਂ ਨੂੰ ਨਕੇਲ ਪਾਈਏ। ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਖਰਾਬ ਨਾ ਹੋਵੇ, ਕਿਉਂਕਿ ਜਿਹੜੇ ਇਹ ਸ਼ਰਾਰਤੀ ਤੱਤਵਾਂ ਦੀ ਵਜ੍ਹਾ ਨਾਲ ਮਾਹੌਲ ਪੰਜਾਬ ਦਾ ਖਰਾਬ ਹੋ ਰਿਹਾ। ਇਹ ਕਸ਼ਮੀਰ ਦੀ ਤਰਜ਼ ਦੇ ਉੱਤੇ ਜੇ ਪੰਜਾਬ ਦੂਜਾ ਕਸ਼ਮੀਰ ਨਾ ਬਣਿਆ ਜੀ, ਮੈਨੂੰ ਕਹਿ ਦਿਓ। ਮੈਨੂੰ ਇੱਕ ਆਪਣੇ ਸਨਾਤਨੀ ਵੀਰ ਨੇ ਗੱਲ ਚੱਲ ਰਹੀ ਸੀ, ਕੋਈ ਮੈਨੂੰ ਗੱਲ ਪੁੱਛੀ, ਕਹਿੰਦਾ ਪਾਠਕ ਸਾਹਿਬ, ਕਹਿੰਦਾ ਇਹ ਖਾਲਿਸਤਾਨ ਵਾਲਾ ਐਵੇਂ ਤਾਂ ਨਹੀਂ ਮੁੱਦਾ ਚੁੱਕ ਰਹੇ, ਤੁਹਾਨੂੰ ਲੱਗਦਾ ਬਣ ਜੂਗਾ ਫੋਰਸਸ? ਮੈਂ ਕਿਹਾ ਕਸ਼ਮੀਰ ਦੇ ਵਿੱਚ ਵੀ ਆਈ ਉਹਨਾਂ ਹਿੰਦੂਆਂ ਨੂੰ ਲੱਗਦਾ ਸੀ ਅਰੇ ਕੁਛ ਨਹੀਂ ਹੋਣ ਵਾਲਾ, ਇਹ ਐਂ ਕੀ ਹੋਣਾ। ਤੇ ਜਦੋਂ ਰਾਤੇ ਰਾਤ ਹਾਲਾਤ ਬਦਲ ਗਏ, ਕਿਉਂਕਿ ਅਸਲਾ ਜਮ੍ਹਾਂ ਹੋ ਚੁੱਕਿਆ ਸੀਗਾ, ਸਾਰੇ ਜਿਹੜੇ ਕਸ਼ਮੀਰੀ ਉਹ ਜਿਹੜੇ ਅੱਤਵਾਦੀ ਸੀਗੇ, ਜਿਹੜੇ ਖਾਸ ਕਰ ਕਸ਼ਮੀਰੀ ਪੰਡਤਾਂ ਨੂੰ, ਹਿੰਦੂਆਂ ਨੂੰ ਉੱਥੋਂ ਉਜਾੜਨ ਦੇ ਲਈ ਆਏ ਸੀ, ਪਲੈਨਿੰਗ ਦੇ ਤਹਿਤ ਜਦੋਂ ਉਹਨਾਂ ਦੇ ਹੱਥ 'ਚ ਸਾਰਾ ਅਸਲਾ ਪਹੁੰਚ ਗਿਆ, ਰਾਤੇ ਰਾਤ ਕਿਵੇਂ ਘਰ ਛਡਾ ਦਿੱਤੇ ਗਏ, ਇਹ ਦੁਨੀਆ ਜਾਣਦੀ ਹੈ। ਪੰਜਾਬੀ ਹਿੰਦੂ ਸਾਡਾ ਜਿਹੜਾ ਬੈਠਾ, ਚਾਹੇ ਸਾਡੇ ਸਿੱਖ ਵੀਰ ਬੈਠੇ ਨੇ, ਜਿਹੜੇ ਹਿੰਦੂ ਸਿੱਖ ਭਾਈਚਾਰੇ ਦੇ ਹਮਾਇਤੀ ਨੇ, ਜਿਹੜੇ ਖੁਸ਼ਹਾਲ ਪੰਜਾਬ ਦੇ ਹਮਾਇਤੀ ਨੇ, ਆਪਾਂ ਅੱਤਵਾਦ ਵਰਗਾ ਕਾਲਾ ਦੌਰ ਹੰਢਾਇਆ। ਜੇ ਇਹ ਹੁਣ ਸ਼ੁਰੂ ਹੋ ਗਿਆ ਇਹ ਕੁਛ, ਇਹ ਦੁਬਾਰਾ ਇਹਦੇ 'ਤੇ ਨਕੇਲ ਨਹੀਂ ਕੱਸੀ ਜਾਣੀ ਜੀ। ਇਹ ਰਾਤੇ ਰਾਤ ਹਾਲਾਤ ਬਦਲਨੇ ਨੇ। ਜਿਵੇਂ ਪਾਕਿਸਤਾਨ ਤੁਸੀਂ ਦੇਖੋ, ਮਤਲਬ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅਸਲੇ ਇੱਥੇ AK-47 ਅਤੇ ਹੋਰ ਮਤਲਬ ਅਸਲੇ ਪਹੁੰਚ ਰਹੇ ਆ, ਹੈ ਨਾ, ਮਤਲਬ ਬੌਂਬ ਸਾਰਾ ਕੁਛ ਪਹੁੰਚ ਰਿਹਾ। ਟਿਫਨ ਬੰਬ ਕਾਂਡ ਹੁਣੇ ਹੋ ਕੇ ਹਟਿਆ। ਤਾਂ ਇਹ ਬਹੁਤ ਵੱਡੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ। ਹਿੰਦੂ ਸਿੱਖ ਲੀਡਰਾਂ ਨੂੰ ਇਕੱਠੇ ਹੋ ਕੇ ਇੱਕ ਐਸਾ ਮੰਚ ਤਿਆਰ ਕਰਨਾ ਚਾਹੀਦਾ ਹੈ ਜਿਹਦੇ ਨਾਲ ਅਸੀਂ ਦੋਨਾਂ ਤਰ੍ਹਾਂ ਦੇ ਸ਼ਰਾਰਤੀ ਬੰਦਿਆਂ ਨੂੰ ਨਕੇਲ ਪਾ ਸਕੀਏ, ਕਿਉਂਕਿ ਇਹ ਕੰਮ ਹੁਣ ਰੁਕਣ ਵਾਲਾ ਨਹੀਂ ਹੈਗਾ ਜੀ। ਇਹ ਕੰਮ ਬਹੁਤ ਖਰਾਬ ਹੋ ਜਾਣਾ। ਸਭ ਤੋਂ ਵੱਡਾ ਜਿਹੜਾ ਮੇਰੇ ਮਨ ਨੂੰ ਠੇਸ ਪਹੁੰਚੀ, ਇਹ ਉਹੀ ਸਾਡੇ ਵੀਰ, ਕਿਉਂਕਿ ਦੇਖੋ ਜਿਹਦੇ ਮਗਰ ਉਹ ਲੱਗ ਗਿਆ ਵੀ ਸਾਡੇ ਸਿੱਖ ਵੀਰ, ਕਈ ਮੈਂ ਪੋਸਟ ਪਾਈ ਉੱਤੇ ਆਇਆ ਵੀ ਸਿੱਖ ਵੀਰ ਸੀਗੇ ਵੀਰ ਜੀ। ਇਹ ਉੱਥੇ ਕੀ ਗੱਲ ਹੁੰਦੀ ਹੈ ਵੀ ਸਾਡੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਖਾਤਰ ਸ਼ੀਸ਼ ਦਿੱਤਾ ਯਾਰ, ਜਿਨ੍ਹਾਂ ਨੇ ਕਸ਼ਮੀਰ ਦੀ ਅਮਨ ਸ਼ਾਂਤੀ ਵਾਸਤੇ ਸਿਰ ਦਿੱਤਾ, ਹਾਂਜੀ, ਜਿਹਦਾ ਦੇਣ ਕੋਈ ਦੇ ਨਹੀਂ ਸਕਦਾ, ਜਿਹਨੂੰ ਹਿੰਦੂ ਵਿਦਵਾਨਾਂ ਨੇ ਹਿੰਦ ਦੀ ਚਾਦਰ ਕਹਿ ਕੇ ਸੰਬੋਧਿਤ ਕੀਤਾ, ਜਿਨ੍ਹਾਂ ਦੇ ਪਰਿਵਾਰ ਵਾਰਤਾ ਦੇਸ਼ ਖਾਤਰ, ਉਹਨਾਂ ਦੇ ਜਿਹੜੇ ਫੋਲੋਅਰ ਨੇ ਉਹ ਕਸ਼ਮੀਰੀ ਪੰਡਤਾਂ ਦੇ ਉੱਤੇ ਬੜੇ, ਉਹਨਾਂ ਦੇ ਦਰਦ 'ਤੇ ਬਣੀ ਜਿਹੜੀ ਦਾਸਤਾਨ, ਉਹਦਾ ਵਿਰੋਧ ਕਰਨ ਜੀ। ਮਤਲਬ ਇੰਨੀ ਇਸ ਗੱਲ ਨਾਲ ਦੁੱਖ ਪਹੁੰਚਿਆ। ਮੈਂ ਇੱਥੇ ਫਿਰ ਇੱਕ ਵਾਰ ਅਪੀਲ ਕਰੂੰਗਾ ਸਿੱਖ ਵੀਰਾਂ ਨੂੰ, ਆਪਾਂ ਕੋਈ ਇਹੋ ਜਿਹੀ ਹਰਕਤ ਨਾ ਕਰੀਏ। ਆਪਾਂ ਜਿਹੜੇ ਹਿੰਦੂ ਵੀਰਾਂ ਨੂੰ ਵੀ ਬੇਨਤੀ ਹੈ, ਆਪਣੇ ਵਿੱਚ ਜਿਹੜੇ ਕੋਈ ਸ਼ਰਾਰਤੀ ਬੰਦੇ, ਆਪਾਂ ਇਹਨਾਂ ਨੂੰ ਨਕੇਲ ਕੱਸੀਏ। ਇਹ ਸਨ ਤਿਵਾੜੀ ਜੀ ਤੇ ਭੱਟ ਸਾਹਿਬ। ਇਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਮਤਲਬ ਜਦੋਂ ਕਾਂਗਰਸ ਜਾਂ ਉੱਥੋਂ ਦੀਆਂ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਸੀ, ਜੋ ਹਿੰਦੂ ਉੱਥੋਂ ਮਤਲਬ ਹਿੰਦੂਆਂ ਨਾਲ ਨਾਇਨਸਾਫੀ ਹੋਈ ਹੈ, ਉਹਦੇ ਵਿੱਚ ਪਾਕਿਸਤਾਨ ਦਾ ਹਿੱਸਾ ਵੀ ਸੀ। ਪਰ ਉਸ ਤੋਂ ਬਾਅਦ ਜਦੋਂ ਤੋਂ BJP ਆਈ ਹੈ ਤਾਂ BJP ਨੇ ਕਾਫੀ ਰਾਹਤ ਇਹਨਾਂ ਹਿੰਦੂ ਫੈਮਲੀਆਂ ਨੂੰ ਦਿੱਤੀ ਹੈ। ਬਟ ਹਜੇ ਵੀ ਕਈ ਚੀਜ਼ਾਂ ਦੀ ਲੋੜ ਹੈ ਕਿ ਹਿੰਦੂ ਦੁਬਾਰਾ ਸਥਾਪਿਤ ਹੋ ਸਕਣ ਉੱਥੇ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਲਾਈਕ ਕਰੋ ਸਾਡਾ Facebook ਪੇਜ।